ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਜਿਨ੍ਹਾਂ ਦੇ ਦਰਸ਼ਨ ਹੀ ਤੀਰਥ ਹਨ। ਉਹਨਾਂ ਨੇ ਤੀਰਥ ਯਾਤਰਾ ਕਰਨ ਦੀ ਇੱਛਾ ਕੀਤੀ। ਸਿੱਖ ਸੰਗਤ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਚੱਲ ਪਏ ਅਤੇ ਨਿੱਕੀਆਂ ਨਿੱਕੀਆਂ ਮੰਜ਼ਲਾਂ ਕਰਕੇ ਸੁਰਸਤੀ ਨਦੀ ਦੇ ਕਿਨਾਰੇ ਪਹੁੰਚ ਗਏ। ਇੱਥੇ ਜਦ ਸੰਗਤਾਂ ਨੇ ਇਸ ਤੀਰਥ ਦਾ ਮਹਾਤਮ ਪੁੱਛਿਆ ਤਾਂ ਆਪ ਜੀ ਨੇ ਫਰਮਾਇਆ ਕਿ ਇੱਥੇ ਕੁਰੂਕਸ਼ੇਤਰ ਦੀ ਧਰਤੀ ਉੱਤੇ ਵਿਸ਼ਵਾਮਿੱਤਰ ਆਦਿਕ ਬਹੁਤ ਰਿਸ਼ੀਆਂ ਮੁਨੀਆਂ ਨੇ 48 ਕੋਹਾਂ ਵਿੱਚ ਬੈਠ ਕੇ ਤਪ ਕੀਤੇ ਸਨ। ਜਦ ਬਹੁਤ ਅਣਗਿਣਤ ਰਿਖੀਆਂ ਦੀ ਭੀੜ ਕਰਕੇ ਉਹਨਾਂ ਦੇ ਬੈਠਣ ਵਾਸਤੇ ਥਾਂ ਨਾ ਰਹੀ ਤਾਂ ਉਹਨਾਂ ਨੇ ਸੁਰਸਤੀ ਨਦੀ ਦੀ ਆਰਾਧਨਾ ਕਰਕੇ ਆਖਿਆ ਕਿ ਹੇ ਦੇਵੀ, ਸਾਨੂੰ ਬੈਠਣ ਵਾਸਤੇ ਥਾਂ ਦੇ ਦਿਓ। ਤਦ ਸੁਰਸਤੀ ਨਦੀ 2 ਕੋਹ ਪਿੱਛੇ ਹਟ ਗਈ ਤੇ ਰਿਖੀਆਂ ਨੂੰ ਬੈਠ ਕੇ ਤਪ ਕਰਨ ਵਾਸਤੇ ਥਾਂ ਮਿਲ ਗਈ। ਫਿਰ ਆਪ ਜੀ ਨੇ ਇੱਕ ਮੰਕਨ ਰਿਖੀ ਦੀ ਗੱਲ ਸੁਣਾਈ ਕਿ ਉਸਨੇ ਇੱਥੋਂ ਪਹੋਏ ਤੋਂ 3 ਕੋਹ ਦੂਰ ਸੁਰਸਤੀ ਦੇ ਕਿਨਾਰੇ ਬੈਠ ਕੇ ਬੜਾ ਕਠਿਨ ਤਪ ਕੀਤਾ। ਇੱਕ ਦਿਨ ਕਿਸੇ ਤਰ੍ਹਾਂ ਉਸ ਦੀ ਉਂਗਲੀ ਨੂੰ ਚੀਰ ਆ ਗਿਆ। ਉਸ ਵਿੱਚੋਂ ਲਹੂ ਦੀ ਥਾਂ ਹਰੇ ਪੱਤੇ ਦੇ ਵਾਂਗੂ ਹਰਾ ਪਾਣੀ ਨਿਕਲਿਆ। ਇਸ ਨੂੰ ਵੇਖ ਕੇ ਮੁਨੀ ਖੁਸ਼ੀ ਨਾਲ ਟੱਪਣ ਲੱਗ ਗਿਆ। ਉਸ ਦੇ ਨਾਲ ਹੀ ਉਸ ਦੇ ਤਪ ਦੇ ਪ੍ਰਭਾਵ ਕਰਕੇ ਸਾਰੇ ਸੰਸਾਰੀ ਜੀਵ ਨੱਚਣ ਲੱਗ ਗਏ। ਤਦ ਦੇਵਤਿਆਂ ਨੇ ਸ਼ਿਵਾ ਅੱਗੇ ਬੇਨਤੀ ਕੀਤੀ ਕਿ ਮੰਕਨ ਰਿਖੀ ਨੂੰ ਨੱਚਣ ਤੋਂ ਹਟਾਓ, ਸੰਸਾਰੀ ਲੋਕ ਬੜੇ ਦੁਖੀ ਹਨ। ਦੇਵਤਿਆਂ ਦੀ ਬੇਨਤੀ ਪ੍ਰਵਾਨ ਕਰਕੇ ਸ਼ਿਵ ਜੀ ਨੇ ਆਪਣਾ ਭੇਸ਼ ਬਦਲ ਕੇ ਰਿਖੀ ਨੂੰ ਪੁੱਛਿਆ ਕਿ ਆਪ ਕਿਸ ਕਾਰਨ ਨੱਚ ਰਹੇ ਹੋ। ਮੰਕਨ ਨੇ ਕਿਹਾ, ਮੈਂ ਇਤਨਾ ਕਠਿਨ ਤਪ ਕੀਤਾ ਹੈ ਕਿ ਮੇਰੇ ਸਰੀਰ ਵਿੱਚ ਲਹੂ ਦੀ ਥਾਂ ਪਾਣੀ ਰਹਿ ਗਿਆ ਹੈ। ਇਸ ਖੁਸ਼ੀ ਵਿੱਚ ਮੈਂ ਨੱਚ ਰਿਹਾ ਹਾਂ। ਤਦ ਸ਼ਿਵ ਜੀ ਨੇ ਆਪਣੀ ਉਂਗਲੀ ਚੀਰ ਕੇ ਉਸ ਵਿੱਚੋਂ ਸੁਆਹ ਕੱਢ ਕੇ ਵਿਖਾਈ ਅਤੇ ਕਿਹਾ ਕਿ ਵੇਖ, ਮੇਰੇ ਸਰੀਰ ਵਿੱਚ ਪਾਣੀ ਵੀ ਨਹੀਂ ਰਿਹਾ, ਸਰੀਰ ਸੁਆਹ ਹੋ ਗਿਆ ਹੈ। ਮੈਨੂੰ ਫਿਰ ਕੋਈ ਖੁਸ਼ੀ ਨਹੀਂ ਹੋਈ ਤੇ ਤੂੰ ਪਾਣੀ ਵੇਖ ਕੇ ਕਿਉਂ ਨੱਚਣ ਲੱਗਿਆ ਹੋਇਆ ਹੈ। ਇਹ ਗੱਲ ਸੁਣ ਕੇ ਉਹ ਰਿਖੀ ਫਿਰ ਬੈਠ ਕੇ ਹੋਰ ਤਪ ਕਰਨ ਲੱਗ ਗਿਆ ਅਤੇ ਜਗਤ ਦੇ ਜੀਵਾਂ ਨੂੰ ਸ਼ਾਂਤੀ ਪ੍ਰਾਪਤੀ ਹੋਈ। ਇੱਥੋਂ ਚੱਲ ਕੇ ਗੁਰੂ ਜੀ ਨੇ ਥਾਨੇਸਰ ਜਾ ਡੇਰਾ ਕੀਤਾ। ਇੱਥੇ ਬੈਠ ਕੇ ਗੁਰੂ ਜੀ ਨੇ ਸੰਗਤ ਨੂੰ ਦੱਸਿਆ ਕਿ 11ਵਾਂ ਪਾਂਡਵਾਂ ਦੇ ਮਹਾਭਾਰਤ ਦੇ ਯੁੱਧ ਸਮੇਂ ਸ਼੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਕਰਮ ਯੋਗੀ ਬਣਨ ਦਾ ਉਪਦੇਸ਼ ਦਿੱਤਾ ਸੀ, ਜਿਸ ਦੇ ਫਲਸਰੂਪ ਗੀਤਾ ਬਣੀ। ਇਹ ਸਥਾਨ ਜੋਤੀਸਰ ਤੀਰਥ ਦੇ ਨਾਮ ਨਾਲ ਪ੍ਰਸਿੱਧ ਹੈ। ਇੱਥੇ ਗੁਰੂ ਜੀ ਦੇ ਸਤਸੰਗ ਵਿੱਚ ਸਾਰੇ ਮਤਾਂ ਦੇ ਜੋਗੀ, ਸੰਨਿਆਸੀ, ਪੰਡਿਤ ਅਤੇ ਬੈਰਾਗੀ ਆਦਿ ਬਹੁਤ ਆਏ। ਇਨ੍ਹਾਂ ਵਿੱਚ ਪੰਡਤਾਂ ਅਤੇ ਜੋਗੀਆਂ ਨੇ ਪੁੱਛਿਆ ਕਿ ਮਹਾਰਾਜ, ਗੁਰੂ ਨਾਨਕ ਜੀ ਨੇ ਜਿਹੜੀ ਆਪਣੀ ਬਾਣੀ ਉਚਾਰਨ ਕੀਤੀ ਹੈ ਉਸ ਦਾ ਕੀ ਕਾਰਨ ਹੈ, ਜਦੋਂ ਕਿ ਵੇਦਾਂ ਪੁਰਾਣਾਂ ਵਿੱਚ ਪਹਿਲਾਂ ਹੀ ਸਭ ਕੁਝ ਲਿਖਿਆ ਹੋਇਆ ਹੈ। ਇਸ ਤੁਹਾਡੀ ਨਵੀਂ ਰਚਨਾ ਦਾ ਕੀ ਲਾਭ ਹੈ। ਇਸ ਦੇ ਉੱਤਰ ਵਿੱਚ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਮਹੱਲਾ ਤੀਸਰਾ, ਗੌੜੀ ਬੈਰਾਗਣ। ਜੈਸੀ ਧਰਤੀ ਉੱਪਰ ਮਿਗਲਾ ਬਰਸਤ ਹੈ ਕਿਆ, ਧਰਤੀ ਮਧੇ ਪਾਣੀ ਨਾਹੀਂ। ਜੈਸੇ ਧਰਤੀ ਮਧੇ ਪਾਣੀ ਪਰ ਗਾਸਿਆ, ਬਿਨ ਪਗਾ ਬਰਸਤ ਫਿਰਾਹੀ। ਬਾਬਾ ਤੂੰ ਐਸੇ ਭਰਮ ਚੁਕਾਹੀ, ਜੋ ਕਿਛ ਕਰਤ ਹੈ ਸੋਈ ਕੋਈ ਹੈ, ਰੇ ਤੈਸੇ ਜਾਏ ਸਮਾਹੀ। ਭਾਵ ਕਿ ਜਿਸ ਧਰਤੀ ਉੱਤੇ ਮੀਂਹ ਪੈਂਦਾ ਹੈ ਕਿ ਉਸ ਧਰਤੀ ਵਿੱਚ ਅੱਗੇ ਪਾਣੀ ਨਹੀਂ ਹੈ, ਜਿਸ ਤਰ੍ਹਾਂ ਧਰਤੀ ਵਿੱਚ ਪਾਣੀ ਪ੍ਰਗਟ ਹੈ, ਪਰ ਫਿਰ ਵੀ ਮੀਂਹ ਦਾ ਪਾਣੀ ਉਸੇ ਤਰ੍ਹਾਂ ਵਰਦਾ ਫਿਰਦਾ ਹੈ। ਇਸੇ ਤਰ੍ਹਾਂ ਹੀ ਹੇ ਭਾਈ, ਤੂੰ ਆਪਣਾ ਭਰਮ ਮਿੱਟੀ ਦਾ ਹੈ। ਵੇਦਾਂ ਪੁਰਾਣਾਂ ਦੇ ਹੁੰਦਿਆਂ ਵੀ ਇਹ ਗੁਰੂ ਨਾਨਕ ਜੀ ਦੀ ਬਾਣੀ ਵੀ ਲੋੜਵੰਦੀ ਤੇ ਲਾਭਦਾਇਕ ਹੈ।
ਜੋ ਕੁਝ ਵੇਦਾਂ ਪੁਰਾਣਾਂ ਦੀ ਬਾਣੀ ਕਰਦੀ ਹੈ ਉਹੀ ਕੁਝ ਇਹ ਗੁਰੂ ਦੀ ਬਾਣੀ ਕਰਨ ਯੋਗ ਹੈ। ਅਤੇ ਵੈਸੇ ਹੀ ਜਿਵੇਂ ਮੀਂਹ ਦਾ ਪਾਣੀ ਧਰਤੀ ਤੇ ਪਾਣੀ ਵਿੱਚ ਵੀ ਸਮਾਉਂਦਾ ਹੈ, ਇਹ ਬਾਣੀ ਵੀ ਉਸੇ ਵੇਦਾਂ ਪੁਰਾਣਾਂ ਦੇ ਤੇ ਪਰਮਾਤਮਾ ਵਿੱਚ ਜਾ ਮਿਲਦੀ ਹੈ। ਅਰਥਾਤ ਵੇਦਾਂ ਪੁਰਾਣਾਂ ਦੀ ਬਾਣੀ ਹਰ ਇੱਕ ਪ੍ਰਾਣੀ ਨੂੰ ਸਮਝ ਗੋਚਰੀ ਨਹੀਂ ਹੈ। ਫਿਰ ਇਸ ਦੇ ਪੜ੍ਹਨ ਦਾ ਅਧਿਕਾਰ ਵੀ ਸਾਰਿਆਂ ਨੂੰ ਇੱਕ ਬਰਾਬਰ ਨਹੀਂ ਹੈ, ਪਰ ਇਹ ਗੁਰੂ ਬਾਣੀ ਹਰ ਇੱਕ ਸਮਝ ਵਿੱਚ ਆ ਜਾਂਦੀ ਹੈ ਅਤੇ ਇਸ ਦੇ ਪੜ੍ਹਨ ਸੁਣਨ ਦਾ ਸਭ ਊਚ ਨੀਚ ਨੂੰ ਵੀ ਅਧਿਕਾਰ ਹੈ। ਆਪ ਜੀ ਦੇ ਇਹ ਬਚਨ ਸੁਣ ਕੇ ਸਾਰਿਆਂ ਨੇ ਸੰਸਿਨ ਵਿਰਤ ਹੋ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਜੈ ਜੈਕਾਰ ਕੀਤੀ। 3 ਦਿਨ ਇੱਥੇ ਵਿਸਰਾਮ ਕਰਕੇ ਗੁਰੂ ਜੀ ਇੱਥੋਂ ਚਲੇ ਗਏ ਤੇ ਜਮਨਾ ਦੇ ਘਾਟ ਤੇ ਜਾ ਠਹਿਰੇ। ਜਦ ਇੱਥੇ ਸਿੱਖਾਂ ਨੇ ਜਮਨਾ ਨਦੀ ਦਾ ਪ੍ਰਸੰਗ ਪੁੱਛਿਆ ਤਾਂ ਆਪ ਜੀ ਨੇ ਫਰਮਾਇਆ ਕਿ ਇਹ ਜਮਨਾ ਵਿਸ਼ਵਕਰਮਾ ਦੀ ਦੋਹਤਰੀ, ਸੂਰਜ ਦੀ ਪੁੱਤਰੀ ਅਤੇ ਕ੍ਰਿਸ਼ਨ ਦੀ ਇਸਤਰੀ ਹੋਈ ਹੈ, ਇਸ ਕਰਕੇ ਇਹ ਪਵਿੱਤਰ ਮੰਨੀ ਗਈ ਹੈ। ਤੁਸੀਂ ਇਸ਼ਨਾਨ ਕਰੋ ਤੇ ਸਤਨਾਮ ਦਾ ਜਾਪ ਕਰੋ। ਜਦ ਗੁਰੂ ਜੀ ਜਮਨਾ ਪਾਰ ਕਰਨ ਲੱਗੇ ਤਾਂ ਪਤਨ ਦੇ ਮਸੂਲੀਏ ਨੇ ਜਦ ਗੁਰੂ ਜੀ ਦੀ ਬਹੁਤ ਮਹਿਮਾ ਸੁਣੀ ਤਾਂ ਉਹਨਾਂ ਨੇ ਵੀ ਸਿੱਖ ਪਾਸੋਂ ਮਸੂਲ ਨਾ ਮੰਗਿਆ। ਉਸ ਦਿਨ ਹੋਰ ਵੀ ਸਭ ਲੋਕ ਗੁਰੂ ਜੀ ਦਾ ਨਾਮ ਲੈ ਕੇ ਮੁਫਤ ਹੀ ਜਮਨਾ ਤੋਂ ਪਾਰ ਹੋ ਗਏ। ਮਸੂਲੀਏ ਆਪਣੀਆਂ ਖਾਲੀ ਸੰਦੂਕੜੀਆਂ ਵੇਖ ਕੇ ਬਹੁਤ ਹੈਰਾਨ ਹੋਏ ਕਿ ਅੱਜ ਸਾਡੇ ਨਾਲ ਇਹ ਕੀ ਕਾਰ ਵਰਤੀ ਹੈ। ਜਮਨਾ ਤੋਂ ਪਾਰ ਗੁਰੂ ਜੀ ਨਾਲ ਬਹੁਤ ਸੰਗਤ ਜੁੜ ਗਈ ਅਤੇ ਆਪ ਜੀ ਨੇ ਇੱਥੋਂ ਚੱਲ ਕੇ ਗੰਗਾ ਦੇ ਕਿਨਾਰੇ ਇੱਕ ਖੁੱਲ੍ਹੀ ਥਾਂ ਕਨਖਲ ਜਾ ਡੇਰਾ ਲਾ ਕੀਤਾ। ਰੋਜ਼ ਕੀਰਤਨ, ਸਤਸੰਗ, ਉਪਦੇਸ਼ ਅਤੇ ਅਟੁੱਟ ਲੰਗਰ ਦਾ ਪ੍ਰਵਾਹ ਜਾਰੀ ਹੋ ਗਿਆ। ਆਪ ਜੀ ਦੀ ਮਹਿਮਾ ਸੁਣ ਕੇ ਹਰਿਦੁਆਰ ਦੇ ਆਸ-ਪਾਸ ਰਹਿਣ ਵਾਲੇ ਰਿਖੀ ਮੁਨੀ, ਸੰਤ ਮਹਾਤਮਾ, ਪੰਡਤ ਅਤੇ ਹੋਰ ਸ਼ਰਧਾਲੂ ਦਰਸ਼ਨ ਕਰਨ ਵਾਸਤੇ ਆਉਂਦੇ ਅਤੇ ਅਨੇਕ ਪ੍ਰਕਾਰ ਦੇ ਉੱਤਰ ਪ੍ਰਸ਼ਨ ਕਰਕੇ ਪ੍ਰਸੰਨਤਾਪੂਰਵਕ ਗੁਰੂ ਜੀ ਦੀ ਮਹਿਮਾ ਕਰਦੇ। ਇਸ ਤਰ੍ਹਾਂ ਹੀ ਕੁਝ ਦਿਨ ਸਤਨਾਮ ਦੇ ਉਪਦੇਸ਼ ਦੁਆਰਾ ਬੇਅੰਤ ਸ਼ਰਧਾਲੂਆਂ ਨੂੰ ਨਿਹਾਲ ਕਰਕੇ ਆਪ ਜੀ ਵਾਪਸ ਗੋਇੰਦਵਾਲ ਆ ਗਏ ਅਤੇ ਕਨਖਲ ਇਸ ਦੀ ਯਾਦ ਵਿੱਚ ਗੁਰੂ ਜੀ ਦਾ ਉੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।